ਸਤਿ ਸ਼੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਦੈਨਿਕ ਸਵੇਰਾ ਟੀਵੀ ਤੇ ਮੈਂ ਹਾਂ ਸੁਨੀਲ ਰਾਣਾ। ਅੱਜ ਪੰਜਾਬ ਸਰਕਾਰ ਨੇ ਬਹੁਤ ਵੱਡੇ ਫੈਸਲੇ ਲਏ ਨੇ। ਚੰਨੀ ਸਰਕਾਰ ਨੇ ਜਿੱਥੇ ਕਰਮਚਾਰੀਆਂ ਨੂੰ ਰੈਗੂਲਾਈਜੇਸ਼ਨ ਦਾ ਇੱਕ ਤੋਹਫਾ ਦਿੱਤਾ ਹੈ, ਉੱਥੇ ਹੀ ਉਹਨਾਂ ਨੇ ਰੇਤ ਮਾਫੀਆ ਨੂੰ ਵੀ ਠੱਲ ਪਾਉਣ ਦੀ ਜਿਹੜੀ ਕੋਸ਼ਿਸ਼ ਕੀਤੀ ਹੈ। ਉਹਨਾਂ ਨੇ ਜਿੱਥੇ ਰੇਤ ਦੇ ਰੇਟ ਘੱਟ ਕੀਤੇ ਆ, ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜੇ ਕਿਤੇ ਕੋਈ ਵਿਅਕਤੀ ਰੇਤ ਜਿਹੜੀ ਹੈ ਤੈਅ ਰੇਟ ਤੋਂ ਜ਼ਿਆਦਾ ਵੇਚਦਾ ਹੈ ਤਾਂ ਉਹਦੀ ਕੰਪਲੇਂਟ ਜਿਹੜੀ ਹੈ, ਮੈਨੂੰ ਉਹਦਾ ਕਲਿੱਪ ਬਣਾ ਕੇ ਭੇਜੋ, ਮੈਨੂੰ ਉਹਦੀ ਕੰਪਲੇਂਟ ਕਰੋ, ਅਸੀਂ ਉਸੇ ਵੇਲੇ ਫੌਰੀ ਉਹਦੇ 'ਤੇ ਐਕਸ਼ਨ ਲਿਆਵਾਂਗੇ ਤੇ ਉਸ ਬੰਦੇ ਦੇ ਉੱਪਰ ਜਿਹੜੇ ਠੱਲ ਪਾਵਾਂਗੇ। ਰੇਤ ਮਾਫੀਆ, ਖਾਸ ਕਰ ਟਰਾਂਸਪੋਰਟ ਮਾਫੀਆ, ਰੇਤ ਮਾਫੀਆ ਦੇ ਉੱਪਰ ਅਸੀਂ ਠੱਲ ਪਾਵਾਂਗੇ। ਲੋਕਾਂ ਨੂੰ ਅਸੀਂ ਰਾਹਤ ਦੇਵਾਂਗੇ ਸਸਤੀ ਰੇਤ ਦੇ ਰੂਪ 'ਚ। ਕਈਆਂ ਨੇ ਕਹਿੰਦੇ ਮਕਾਨ ਬਣਾਉਣੇ ਹੁੰਦੇ ਆ ਤੇ ਉਹਨਾਂ ਨੂੰ ਜਿਹੜੀ ਹੈ ਰੇਤ ਉਹ 1500-1600 ਤੋਂ ਲੈ ਕੇ 2200 ਰੁਪਏ ਤੱਕ ਦੀ ਜਿਹੜੀ ਟਰਾਲੀ ਜਿਹੜੀ ਮਿਲਦੀ ਹੈ, ਹੁਣ ਉਹੀ ਟਰਾਲੀ ਜਿਹੜੀ ਹੈ 5-5.5 ਰੁਪਏ ਫੁੱਟ ਦੇ ਹਿਸਾਬ ਨਾਲ, ਮਤਲਬ 800 ਰੁਪਏ ਨੂੰ ਇੱਕ ਟਰਾਲੀ ਜਿਹੜੀ ਹੈ ਉਹ ਪਏਗੀ। ਹੁਣ ਬਹੁਤ ਹੀ ਸਸਤੀ ਰੇਟ ਜਿਹੜੀ ਹੈ ਲੋਕਾਂ ਨੂੰ ਮਕਾਨ ਬਣਾਉਣੇ ਵਾ ਉਸਾਰੀ ਦੇ ਕੰਮਾਂ ਵਾਸਤੇ ਜਿਹੜੀ ਆ ਉਹ ਮਿਲੇਗੀ। ਜਿਹੜੇ 36,000 ਕਰਮਚਾਰੀ ਉਹਨਾਂ ਨੇ ਰੈਗੂਲਰ ਕਰਨ ਦਾ ਅੱਜ ਇੱਕ ਫੈਸਲਾ ਸੁਣਾਇਆ। ਉਹਨੇ ਕਿਹਾ ਕਿ ਇਹਦੇ ਵਾਸਤੇ ਅਸੀਂ ਇੱਕ ਬਿੱਲ ਜਿਹੜਾ ਉਹ ਵਿਧਾਨ ਸਭਾ ਦੇ ਵਿੱਚ ਵੀ ਲਿਆਉਣ ਜਾ ਰਹੇ ਹਾਂ। ਇੱਕ ਸੈਸ਼ਨ ਬੁਲਾਇਆ ਵਿਧਾਨ ਸਭਾ ਦਾ, ਇੱਕ ਦਿਨ ਦਾ ਸੈਸ਼ਨ ਹੈਗਾ, ਉਹਦੇ ਵਿੱਚ ਅਸੀਂ ਇਹ ਬਿੱਲ ਲੈ ਕੇ ਆਵਾਂਗੇ। ਉੱਥੇ ਅਸੀਂ ਉਹਨੂੰ ਕਾਨੂੰਨੀ ਰੂਪ ਜਿਹੜਾ ਹੈ ਉਹ ਦੇਵਾਂਗੇ। ਕੈਬਨਿਟ ਤਾਂ ਅਪਰੂਵ ਕਰ ਹੀ ਦਿੱਤਾ, ਉਸ ਤੋਂ ਬਾਅਦ ਅਸੀਂ ਇਹਨੂੰ ਕਾਨੂੰਨੀ ਰੂਪ ਦੇ ਕੇ ਜਿਹੜਾ ਸਾਰੇ ਕਰਮਚਾਰੀ 36,000 ਕਰਮਚਾਰੀ ਠੇਕੇ ਦੇ ਉੱਪਰ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ ਜਿਹੜੇ ਕੰਮ ਕਰ ਰਹੇ ਸੀਗੇ, ਉਹਨਾਂ ਸਾਰਿਆਂ ਨੂੰ ਇੱਕ ਬਹੁਤ ਵੱਡੀ ਰਾਹਤ ਦਿੱਤੀ ਹੈ। 4.5 ਸਾਲ ਤੋਂ ਕਰਮਚਾਰੀ ਜਿਹੜੇ ਧਰਨੇ ਪ੍ਰਦਰਸ਼ਨ ਕਰ ਰਹੇ ਸੀਗੇ ਅਲੱਗ-ਅਲੱਗ ਜਗ੍ਹਾ ਦੇ ਉੱਪਰ, ਕਿਤੇ ਪੱਕੇ ਮੋਰਚੇ ਲਗਾਏ ਹੋਏ ਸੀਗੇ ਕਰਮਚਾਰੀਆਂ ਨੇ, ਕਿਤੇ ਉਹ ਸੀਐਮ ਨੂੰ ਘੇਰ ਰਹੇ ਸੀਗੇ, ਕਿਤੇ ਮੰਤਰੀਆਂ ਨੂੰ ਘੇਰ ਰਹੇ ਸੀਗੇ, ਵਿਧਾਇਕਾਂ ਦੇ ਘਰ ਜਾ ਕੇ ਆਪਣੇ ਮੈਮੋਰੈਂਡਮ ਜਿਹੜੇ ਆ ਸਰਕਾਰ ਨੂੰ ਭੇਜ ਰਹੇ ਸੀਗੇ ਕਿ ਉਹਨਾਂ ਨਾਲ ਜਿਹੜੀ 2017 ਦੇ ਵਿੱਚ ਕਾਂਗਰਸ ਸਰਕਾਰ ਨੇ, ਕਾਂਗਰਸ ਦੀ ਪਾਰਟੀ ਨੇ ਇੱਕ ਮਨੋਰਥ ਪੱਤਰ ਦੇ ਵਿੱਚ ਕਮਿਟਮੈਂਟ ਕੀਤੀ ਸੀ, ਉਹ ਕਮਿਟਮੈਂਟ ਜਿਹੜੀ ਉਹ ਸਿਰੇ ਨਹੀਂ ਚੜ ਰਹੀ ਹੈ। ਉਹਦੀ ਵਜ੍ਹਾ ਨਾਲ ਉਹਨੂੰ ਰੈਗੂਲਰ ਨਹੀਂ ਕੀਤਾ ਜਾ ਰਿਹਾ। ਕੈਪਟਨ ਸਰਕਾਰ ਨੂੰ ਇਸੀ ਇਸ਼ੂ ਦੇ ਉੱਪਰ ਜਿਹੜੀ ਹੈ ਆਪਣੀ ਸੀਐਮਸ਼ਿਪ ਵੀ ਗਵਾਉਣੀ ਪਈ, ਕਿਉਂਕਿ ਕਮਿਟਮੈਂਟਸ ਜਿਹੜੀਆਂ ਪੂਰੀਆਂ ਨਹੀਂ ਹੋਈਆਂ। ਤੇ ਅੱਜ ਸੀਐਮ ਨੇ ਕਰਮਚਾਰੀਆਂ ਨੂੰ ਇੱਕ ਬਹੁਤ ਵੱਡਾ ਤੋਹਫਾ ਦਿੱਤਾ, ਉਹਨਾਂ ਨੂੰ ਰੈਗੂਲਾਈਜੇਸ਼ਨ ਦਾ ਤੋਹਫਾ ਦਿੱਤਾ ਹੈ। 36,000 ਕਰਮਚਾਰੀ ਜਿਹੜੇ ਸਟੇਟ ਦੇ ਹੁਣ ਰੈਗੂਲਰ ਹੋਣਗੇ। ਇਹ ਬਿੱਲ ਦੇ ਰੂਪ 'ਚ ਵਿਧਾਨ ਸਭਾ 'ਚ ਪਾਸ ਹੋਏਗਾ। ਉਸ ਤੋਂ ਬਾਅਦ ਉਹਨਾਂ ਨੂੰ ਰੈਗੂਲਾਈਜੇਸ਼ਨ ਦੀ ਇੱਕ ਨੋਟੀਫਿਕੇਸ਼ਨ ਹੋਏਗੀ। ਉਹ ਸਾਰੇ ਕਰਮਚਾਰੀ ਜਿਹੜੇ ਹੈ ਠੇਕਿਆਂ ਦੇ ਉੱਪਰ ਕੰਮ ਕਰ ਰਹੇ ਆ ਅਲੱਗ-ਅਲੱਗ ਡਿਪਾਰਟਮੈਂਟਸ ਦੇ ਵਿੱਚ, ਉਹ ਸਾਰੇ ਹੁਣ ਰੈਗੂਲਰ ਹੋ ਜਾਣਗੇ। ਰੇਤ ਵਾਲੀ ਇੱਕ ਬਹੁਤ ਵੱਡੀ ਰਾਹਤ ਹੈ, ਜਿੱਦਾਂ ਕਿ ਮੈਂ ਤੁਹਾਨੂੰ ਦੱਸਿਆ ਕਿ 9 ਰੁਪਏ ਤੋਂ ਪਹਿਲੇ 9 ਰੁਪਏ ਰੇਟ ਕੀਤਾ ਸੀਗਾ ਸਰਕਾਰ ਨੇ, ਚੰਨੀ ਸਰਕਾਰ ਨੇ 9 ਰੁਪਏ ਰੇਟ ਕੀਤਾ ਸੀਗਾ 16 ਰੁਪਏ ਤੋਂ ਘਟਾ ਕੇ। ਹੁਣ ਉਹੀ ਰੇਟ ਜਿਹੜਾ 5.5 ਰੁਪਏ ਉਹਨਾਂ ਨੇ ਰੇਤ ਦਾ ਕਰ ਦਿੱਤਾ ਹੈ। 5.5 ਰੁਪਏ ਫੁੱਟ, ਮਤਲਬ 100 ਫੁੱਟ ਹੈ ਤਾਂ ਉਹ 800 ਰੁਪਏ ਨੂੰ ਟਰਾਲੀ ਜਿਹੜੀ ਵਿਦ ਟਰਾਂਸਪੋਰਟ, ਭਰਾਈ, ਲਦਾਈ ਸਭ ਕੁਝ ਜੋ ਵੀ ਹੈ ਉਹ ਇਹਦੇ ਵਿੱਚ ਇਨਕਲੂਡ ਹੈ। ਉਹਨਾਂ ਨੇ ਬੜਾ ਸਪਸ਼ਟ ਕਿਹਾ, ਜਿਹੜੀ ਕਾਨਫਰੰਸ ਕੀਤੀ ਉਹਦੇ ਵਿੱਚ ਉਹਨਾਂ ਨੇ ਬੜਾ ਕਲੀਅਰਲੀ ਇਹ ਚੀਜ਼ਾਂ ਦੱਸੀਆਂ ਕਿ ਇਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਵਿੱਚ ਹੀ ਇਨਕਲੂਡ ਹੈਗੀਆਂ। ਇੱਦਾਂ ਲੱਗ ਨਹੀਂ ਹੈ ਕਿ ਵੀ ਰੇਤ ਦਾ ਰੇਟ ਹੀ ਹੈ, ਟਰਾਲੀ ਦਾ ਰੇਟ ਲੱਗ ਹੈ, ਲਦਾਈ ਲੱਗ ਹੈ, ਉਤਰਾਈ ਲੱਗ ਹੈ। ਉਹ ਕਹਿੰਦੇ ਸਾਰੀਆਂ ਚੀਜ਼ਾਂ ਜਿਹੜੀਆਂ ਇਹਦੇ ਵਿੱਚ ਹੀ ਇਨਕਲੂਡ ਹੈਗੀਆਂ, ਸਾਰੀਆਂ ਵਿੱਚ ਹੀ ਸ਼ਾਮਲ ਹੈਗੀਆਂ। ਤੇ 800 ਰੁਪਏ ਨੂੰ ਜਿਹੜੀ ਆ ਉਹ ਟਰਾਲੀ ਪਏਗੀ। ਤੁਹਾਨੂੰ ਦੱਸ ਦਈਏ ਕਿ ਸਿੱਧੂ ਨੇ ਵੀ ਇਹ ਡਿਮਾਂਡ ਜਿਹੜੀ ਹੈ ਕੀਤੀ ਸੀਗੀ ਕਿ ਰੇਤ ਜਿਹੜੀ ਆ ਉਹ ਸਸਤੀ ਹੋਣੀ ਚਾਹੀਦੀ। ਸਿੱਧੂ ਦਾ ਵੀ ਕਈ ਵਾਰ ਮਤਲਬ ਜਿਹੜੀ ਉਹਨਾਂ ਦੀ ਡਿਮਾਂਡ ਰਹੀ ਹੈ ਸਰਕਾਰ ਦੇ ਤੋਂ, ਸ਼ੁਰੂ ਤੋਂ ਹੀ ਉਹਨਾਂ ਦਾ ਇੱਕ ਇਸ਼ੂ ਰਿਹਾ ਹੈ ਕਿ ਸਟੇਟ ਦੇ ਵਿੱਚ ਜਿਹੜਾ ਰੇਤ ਮਾਫੀਆ ਉਹ ਕੰਮ ਕਰ ਰਿਹਾ ਹੈ। ਉਸ ਰੇਤ ਮਾਫੀਆ ਨੂੰ ਇੱਕ ਤਰੀਕੇ ਦੇ ਨਾਲ ਇਹ ਡਿਸੀਜਨ ਲੈ ਕੇ ਹੁਣ ਚੰਨੀ ਸਰਕਾਰ ਨੇ ਜਿਹੜੀ ਆ ਉਹ ਠੱਲ ਪਾ ਦਿੱਤੀ ਹੈ। ਅਸੀਂ ਇਹਦੇ ਪਰ ਹੁਣ ਚਰਚਾ ਕਰਾਂਗੇ। ਮੇਰੇ ਨਾਲ ਮੇਰੇ ਸਾਥੀ, ਮੇਰੇ ਸਹਿਯੋਗੀ ਬ੍ਰਿਸ਼ਟ ਪੱਤਰਕਾਰ ਹੈਗੇ ਵਿਨੇ ਰਾਣਾ ਜੀ, ਉਹ ਹੈਗੇ, ਅਸੀਂ ਉਹਨਾਂ ਨਾਲ ਵੀ ਡਿਸਕਸ ਕਰਦੇ ਹਾਂ। ਰਾਣਾ ਜੀ, ਅੱਜ ਬਹੁਤ ਵੱਡੀ ਰਾਹਤ ਦਿੱਤੀ ਹੈ ਚੰਨੀ ਸਰਕਾਰ ਨੇ। ਹਾਂਜੀ, ਰਾਹਤ ਹਾਂਜੀ, ਕਾਫੀ ਦਿਨਾਂ ਤੋਂ ਜਦੋਂ ਦੇ ਚੰਨੀ ਸੀਐਮ ਬਣੇ ਨੇ ਤੇ ਇਹ ਪ੍ਰਦੇਸ਼ ਦੇ ਲੋਕਾਂ ਨੂੰ ਕਾਫੀ ਕੁਝ ਦੇ ਚੁੱਕੇ ਨੇ। ਤੇ ਅੱਜ ਵੀ ਜਿਹੜੀ ਰਾਹਤ ਹੈਗੀ ਹੈ ਇਹ ਬਹੁਤ ਇੰਪੋਰਟੈਂਟ ਜਿਹੜੀ ਸੀਗੀ, ਕਿਉਂਕਿ ਰੇਤ ਦਾ ਜਿਹੜਾ ਹੈਗਾ ਇਹ ਰੌਲਾ ਬਹੁਤ ਲੰਬੇ ਸਮੇਂ ਤੋਂ ਪੈ ਰਿਹਾ। ਕਿਉਂਕਿ ਕਾਂਗਰਸ ਸਰਕਾਰ ਜਦੋਂ ਆਈ ਸੀਗੀ ਉਦੋਂ ਵੀ ਇਹ ਕਹਿ ਕੇ ਆਈ ਸੀਗੀ ਕਿ ਅਸੀਂ ਰੇਤ ਮਾਫੀਆ ਨੂੰ ਖਤਮ ਕਰਾਂਗੇ, ਲੇਕਿਨ ਕਿਉਂਕਿ 4.5 ਸਾਲ ਗੁਜ਼ਰ ਗਏ ਸੀਗੇ, ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਕੁਛ ਨਹੀਂ ਸੀ ਕੀਤਾ, ਉਹਨਾਂ ਨੂੰ ਕੁਰਸੀ ਵੀ ਛੱਡਣੀ ਪਈ ਇਸੇ ਚੱਕਰ 'ਚ। ਲੇਕਿਨ ਸੀਐਮ ਚੰਨੀ ਬਹੁਤ ਕੁਛ ਉਹ ਕਰ ਰਹੇ ਹੈ ਜਿਹੜਾ ਅਜੇ ਤੱਕ ਪੂਰਾ ਨਹੀਂ ਹੋਇਆ। ਹਾਲਾਂਕਿ ਇਲੈਕਸ਼ਨ ਬਿਲਕੁਲ ਸਿਰ 'ਤੇ ਨੇ, ਇਹ ਇਲੈਕਸ਼ਨ ਦੇ ਨੇੜੇ ਹੀ ਕਿਉਂ ਇਹ ਸਭ ਕੁਝ ਹੋ ਰਿਹਾ ਹੈ, ਇਹ ਵੀ ਇੱਕ ਆਪਣੇ ਆਪ 'ਚ ਚਰਚਾ ਦਾ ਵਿਸ਼ਾ ਹੈ। ਲੇਕਿਨ ਇਹ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਹਾਂ, ਜਿਹੜੀ ਪ੍ਰਦੇਸ਼ ਦੀ ਜਨਤਾ ਹੈਗੀ, ਜਿਹੜੀ ਸੂਬੇ ਦੀ ਜਨਤਾ ਹੈਗੀ, ਉਹਨੂੰ ਰਾਹਤ ਜ਼ਰੂਰ ਮਿਲ ਰਹੀ ਹੈ। ਕਿਉਂਕਿ ਰੇਤ ਦਾ ਕੋਈ ਰੇਟ ਹੀ ਤੈਅ ਨਹੀਂ ਸੀਗਾ, ਕੋਈ ਕਿੰਨੀ ਵੇਚ ਰਿਹਾ ਸੀ, ਕੋਈ ਕਿੰਨੀ ਵੇਚ ਰਿਹਾ ਸੀਗਾ। ਮਤਲਬ ਮਕਾਨ ਬਣਾਉਂਦੇ ਵੇਲੇ ਸਭ ਤੋਂ ਪਹਿਲਾਂ ਬੰਦੇ ਨੂੰ ਇਹੀ ਚਿੰਤਾ ਹੁੰਦੀ ਸੀਗੀ ਕਿ ਹੁਣ ਇੱਕ ਹੋਰ ਚੀਜ਼ ਹੋਈ ਹੈ ਨਾ ਕਿ ਜਿਹੜੀ ਉਹਨਾਂ ਨੇ ਜ਼ਿਮੀਂਦਾਰ ਨੂੰ ਕਿਹਾ ਹੈ ਨਾ ਕਿ ਵੀ ਤੁਸੀਂ 3 ਫੁੱਟ ਤੱਕ ਜਿਹੜੀ ਹੈਗੀ ਹੈ ਉਹ ਤੁਸੀਂ ਆਪ ਵੀ ਮਾਈਨਿੰਗ ਕਰ ਸਕਦੇ ਹੋ 3 ਫੁੱਟ ਤੱਕ। ਤੇ ਉਹਦੇ ਨਾਲ ਕੀ ਹੋਊਗਾ ਕਿ ਉਹਦੇ ਨਾਲ ਜਿਹੜੀ ਇੱਟ ਦੇ ਰੇਟ ਹੈ ਨਾ, ਕਿਉਂਕਿ ਕਈ ਜ਼ਿਮੀਂਦਾਰ ਇੱਦਾਂ ਦੇ ਨੇ ਜਿਨ੍ਹਾਂ ਦੇ ਰੇਤ ਨਹੀਂ ਹੈਗੀ ਹੈ ਲੇਕਿਨ ਉਹ ਮਿੱਟੀ ਹੈਗੀ ਹੈ, ਉਹਦੇ ਨਾਲ ਇੱਟ ਦੇ ਰੇਟ ਜਿਹੜੇ ਹੈਗੇ ਆ ਇੱਥੇ ਵੀ ਫਰਕ ਪਏਗਾ। ਇੱਕ ਤਾਂ ਉਹਨਾਂ ਨੇ ਜਿਹੜੀ ਰਾਇਲਟੀ ਸੀਗੀ ਉਹ ਵੀ ਖਤਮ ਕਰ ਦਿੱਤੀ ਕਿ ਜਿੱਦਾਂ ਮਿੱਟੀ ਦੇ ਉੱਪਰ ਮਿੱਟੀ ਦੀ ਖੁਦਾਈ ਕਰਦੇ ਸੀਗੇ ਤਾਂ ਉੱਤੇ ਰਾਇਲਟੀ ਲੱਗਦੀ ਸੀਗੀ। ਉਹ ਕਹਿੰਦੇ ਕਿ ਜ਼ਿਮੀਂਦਾਰ ਜਿਹਨੂੰ 10 ਰੁਪਏ ਮਿੱਟੀ ਵੇਚਦਾ ਤਾਂ ਉਹ 5 ਰੁਪਏ ਦਾ ਰਾਇਲਟੀ ਚਲ ਜਾਂਦੀ ਸੀਗੀ, ਤਾਂ ਜ਼ਿਮੀਂਦਾਰ ਨੂੰ ਕੁਝ ਵੀ ਪੱਲੇ ਨਹੀਂ ਪੈਂਦਾ ਸੀਗਾ। ਇਹਦੇ ਨਾਲ ਮੈਨੂੰ ਲੱਗਦਾ ਕਿ ਸ਼ਾਇਦ ਇੱਟਾਂ ਦੇ ਰੇਟ ਵੀ ਹੁਣ ਡਾਊਨ ਆਉਣਗੇ।
ਹਾਂ ਦੇਖੋ ਹਜੇ ਇਹਨਾਂ ਨੇ ਕੁਝ ਕਲੀਅਰ ਨਹੀਂ ਕੀਤਾ, ਲੇਕਿਨ ਇੱਟਾਂ ਦੇ ਰੇਟ ਇਸ ਚੀਜ਼ ਤੇ ਬਹੁਤ ਡਿਪੈਂਡ ਕਰਦੇ ਸੀਗੇ ਕਿਉਂਕਿ ਮਿੱਟੀ ਦੇ ਹੀ ਇੱਟਾਂ ਦਾ ਹੈ। ਔਰ ਤਾਂ ਇਹ ਜੇ ਰਾਇਲਟੀ ਖਤਮ ਕੀਤੀ ਹੈ ਔਰ ਜ਼ਮੀਂਦਾਰ ਨੂੰ 3 ਫੁੱਟ ਤੱਕ ਦੀ ਪਰਮਿਸ਼ਨ ਦੇ ਦਿੱਤੀ ਹੈ, ਲੀਗਲ ਕਰ ਦਿੱਤੀ ਹੈ, ਤੇ ਜ਼ਾਹਿਰ ਹੈ ਕਿ ਇੱਟਾਂ 'ਤੇ ਵੀ ਇਸ ਦਾ ਅਸਰ ਪਵੇਗਾ। ਹੁਣ ਰਹੀ ਗੱਲ ਕਿ ਸਿੱਧੂ ਇੱਕ ਜਿਹੜੀ ਭੂਮਿਕਾ ਨਿਭਾ ਰਹੇ ਨੇ ਵਿੱਚ ਆਪਾਂ ਇਹ ਕਹਿ ਸਕਦੇ ਕਿ ਹਰ ਗੱਲ ਉਹ ਪੂਰਾ ਪ੍ਰੈਸ਼ਰ ਬਣਾਉਂਦੇ ਆ ਉਹਦੇ ਵਾਸਤੇ। ਜਿੱਦਾਂ ਹੁਣ ਡੀਜੀਪੀ ਵਾਸਤੇ ਵੀ ਉਹਨਾਂ ਨੇ ਪ੍ਰੈਸ਼ਰ ਬਣਾਇਆ ਹੈ ਕਿ ਡੀਜੀਪੀ ਨੂੰ ਵੀ ਹਟਾਇਆ ਜਾਵੇ। ਏਜੀ ਦੀ ਤਾਂ ਅੱਜ ਹੋ ਗਈ ਹੈ, ਏਜੀ ਦਾ ਅਸਤੀਫਾ ਮਨਜ਼ੂਰ ਹੋ ਗਿਆ, ਲੇਕਿਨ ਉਹ ਜਿਹੜਾ ਹੈਗਾ ਉਹ ਪੈਨਲ ਭੇਜਿਆ ਹੋਇਆ ਉਹਨਾਂ ਨੇ ਔਰ ਕਹਿੰਦੇ ਕਿ ਇਹ ਵੀ ਜਲਦੀ ਹੋ ਜਾਏਗਾ। ਤੇ ਜਿਹੜਾ ਉਸ ਦੇ ਨਾਲ ਅੱਜ ਐਲਾਨ ਜਿਹੜੇ ਰੇਤ ਦੇ ਹੋਏ ਆ, ਹੋਰ ਜਿਹੜੇ ਐਲਾਨ ਹੋਏ ਆ ਨਾ, ਉਹਦੇ ਨਾਲ ਇਹ ਲੱਗਦਾ ਹੈ ਕਿ ਜਦੋਂ ਸਿੱਧੂ ਕੋਈ ਮੁੱਦਾ ਚੁੱਕਦੇ ਨੇ, ਕੋਈ ਮੁੱਦਾ ਚੁੱਕਦੇ ਆ, ਉਹ ਤੇ ਇੰਨਾ ਕੁ ਪ੍ਰੈਸ਼ਰ ਬਣਾ ਦਿੰਦੇ ਆ ਆਪਣੀ ਹੀ ਸਰਕਾਰ ਤੇ, ਇੰਨਾ ਕੁ ਪ੍ਰੈਸ਼ਰ ਬਣਾਉਂਦੇ ਕਿ ਉਹ ਗੱਲ ਮੰਨਣੀ ਹੀ ਪੈਂਦੀ ਹੈ। ਮਤਲਬ ਜਿਹਦੇ 'ਚ ਅੱਜ ਆਪਾਂ ਇਹ ਜੀ ਦਾ ਮੰਨ ਕੇ ਚੱਲਦੇ ਆ। ਮੈਨੂੰ ਲੱਗਦਾ ਰਾਣਾ ਜੀ ਕਿ ਵੀ ਸ਼ਾਇਦ ਪਾਰਟੀ ਉਹਨਾਂ ਨੇ ਇੱਕ ਜਿਹੜਾ ਕੋਈ ਵਿਪਕਸ਼ ਜਿਹੜਾ ਬਾਹਰੋਂ ਬੋਲੇ ਉਹਦੇ ਨਾਲੋਂ ਬੈਟਰ ਹੈ ਕਿ ਉਹਨਾਂ ਨੇ ਵਿਦਿਨ ਪਾਰਟੀ ਇੱਕ ਵਿਪਕਸ਼ ਖੜਾ ਕਰ ਦਿੱਤਾ ਹੋਇਆ। ਦੇਖੋ ਜੋ ਵਿਰੋਧੀ ਧਿਰਾਂ ਆ ਉਹਨਾਂ ਨੇ ਤਾਂ ਖੈਰ ਬੋਲਣਾ ਹੀ ਹੁੰਦਾ ਖਿਲਾਫ, ਕਿਉਂਕਿ ਵਿਰੋਧੀ ਧਿਰਾਂ ਜਦੋਂ ਬੋਲਦੀਆਂ ਖਿਲਾਫ ਤੇ ਲੋਕੀ ਇੰਨਾ ਸੀਰੀਅਸਲੀ ਲੈਂਦੇ ਵੀ ਨਹੀਂ ਹੈਗੇ ਜਦ ਤੱਕ ਡਾਕੂਮੈਂਟਸ ਤੇ ਨਾ ਹੋਵੇ। ਜਿੱਦਾਂ ਹੁਣ ਰੰਧਾਵਾ ਦੇ ਜਵਾਈ ਦੀ ਲਈ ਸੀ ਤਾਂ ਉਹ ਡਾਕੂਮੈਂਟ ਜਾਰੀ ਕੀਤਾ ਸੀ ਬਕਾਇਦਾ, ਰਾਘਵ ਚੱਡਾ ਉਹਨਾਂ ਨੇ, ਆਮ ਆਦਮੀ ਪਾਰਟੀ ਨੇ ਇੱਕ ਮਤਲਬ ਡਾਕੂਮੈਂਟ ਜਾਰੀ ਕੀਤਾ, ਜਿਸ ਕਰਕੇ ਉਹ ਜ਼ਿਆਦਾ ਰੌਲਾ ਪੈ ਗਿਆ। ਜਦੋਂ ਬਿਆਨਬਾਜ਼ੀ ਇਕੱਲੀ ਹੁੰਦੀ, ਬਿਆਨਬਾਜ਼ੀ ਦਾ ਇੰਨਾ ਅਸਰ ਨਹੀਂ ਹੁੰਦਾ, ਲੇਕਿਨ ਜਦੋਂ ਆਪਣੀ ਹੀ ਪਾਰਟੀ ਦਾ ਕੋਈ ਬੰਦਾ ਔਰ ਖਾਸ ਕਰ ਜੋ ਪ੍ਰਧਾਨ ਹੋਵੇ, ਜਦੋਂ ਉਹ ਕੋਈ ਮੁੱਦਾ ਚੁੱਕਦਾ ਹੈ ਨਾ, ਉਹਨੂੰ ਲੋਕੀ ਸੀਰੀਅਸਲੀ ਲੈਂਦੇ ਆ। ਉਹਨੂੰ ਲੋਕੀ ਇਹ ਸੋਚਦੇ ਕਿ ਜੇ ਆਪਣੀ ਹੀ ਪਾਰਟੀ ਦਾ ਕੋਈ ਬੰਦਾ ਕਹਿ ਰਿਹਾ, ਕਿਉਂਕਿ ਜਦੋਂ ਵੀ ਕੋਈ ਪਾਲਿਸੀ ਬਣਦੀ ਪਾਰਟੀ ਦੀ ਤਾਂ ਜ਼ਾਹਿਰ ਹੈ ਕਿ ਸਿੱਧੂ ਵਰਗੇ ਜਿਹੜੇ ਭਾਵੇਂ ਜਦੋਂ ਪ੍ਰਦੇਸ਼ ਪ੍ਰਧਾਨ ਨਹੀਂ ਵੀ ਸੀਗੇ ਤਾਂ ਵੀ ਇੱਕ ਵੱਡੇ ਕੱਦ ਦੇ ਲੀਡਰ ਸੀਗੇ, ਤੇ ਇਹਨਾਂ ਨੇ ਉਹ ਉੱਥੇ ਬੈਠ ਕੇ ਉਹ ਨੀਤੀਆਂ ਸਾਰੀਆਂ ਵਿੱਚ ਦੀਆਂ ਜਿਹੜੀਆਂ ਉਹਨਾਂ ਨੂੰ ਪਤਾ ਹੁੰਦੀਆਂ, ਤੇ ਜਿਸ ਕਰਕੇ ਉਹ ਉਸ ਦਾ ਵੀ ਜਿਹੜੀ ਉਹਨਾਂ ਨੂੰ ਨਹੀਂ ਲੱਗਦੀ ਕਿ ਵੀ ਲੋਕਾਂ ਦੇ ਹੱਕ 'ਚ ਨਹੀਂ ਹੈਗੀ ਹੈ, ਤੇ ਉਹ ਉਹਦਾ ਵਿਰੋਧ ਕਰਨਾ ਸ਼ੁਰੂ ਕਰ ਦਿੰਦੇ ਆ। ਤੇ ਜਦੋਂ ਵਿਰੋਧ ਸ਼ੁਰੂ ਕਰਦੇ ਆ ਤਾਂ ਤਕਰੀਬਨ ਇਹਨਾਂ ਦੀ ਅੱਜ ਤੱਕ ਜਿੰਨੀ ਵੀ ਵਿਰੋਧ ਇਹਨਾਂ ਨੇ ਕੀਤਾ ਜਿਸ ਚੀਜ਼ ਨੂੰ ਲੈ ਕੇ, ਉਹ ਮੰਨਿਆ ਹੀ ਗਿਆ ਵਾ। ਅੱਜ ਉਹਨਾਂ ਨੇ ਆਪਣਾ ਜਿਹੜਾ ਇੱਕ ਤੇਲੰਗਾਨਾ ਦਾ ਦੌਰਾ ਕੀਤਾ ਸੀਗਾ, ਜਦੋਂ ਕੈਪਟਨ ਸਰਕਾਰ ਚੋਂ ਮੰਤਰੀ ਸੀਗੇ, ਰੇਤ ਨੂੰ ਲੈ ਕੇ ਇੱਕ ਤੇਲੰਗਾਨਾ ਦਾ ਦੌਰਾ ਕਰਕੇ ਆਏ ਸੀਗੇ। ਉਹਨਾਂ ਨੇ ਉਹ ਵਾਲੀ ਪਾਲਿਸੀ ਜਿਹੜੀ ਹੈ ਉਹ ਕੈਪਟਨ ਦੇ ਟਾਈਮ ਵੀ ਕਿਹਾ ਸੀਗਾ ਇੰਪਲੀਮੈਂਟ ਕਰੋ ਤਾਂ ਕਿ ਸਰਕਾਰ ਦੇ ਖਜ਼ਾਨੇ ਦੇ ਵਿੱਚ ਪੈਸੇ ਆਣ। ਅੱਜ ਉਹਦਾ ਵੀ ਉਹਨਾਂ ਨੇ ਜ਼ਿਕਰ ਕੀਤਾ ਉਹਦੇ ਵਿੱਚ। ਦੇਖੋ ਇੱਦਾਂ ਹੈ ਕਿ ਜਦੋਂ ਸਿੱਧੂ ਕੈਪਟਨ ਦੇ ਟਾਈਮ ਤੇ ਜੋ ਵੀ ਸਿੱਧੂ ਨੇ ਅੱਜ ਤੱਕ ਕੈਪਟਨ ਨੂੰ ਕਿਹਾ, ਕੈਪਟਨ ਨੇ ਮੰਨਿਆ ਨਹੀਂ ਕੋਈ ਵੀ ਉਹਨੂੰ। ਕੈਪਟਨ ਅਮਰਿੰਦਰ ਸਿੰਘ ਨੇ ਉਹਦੀ ਕੋਈ ਗੱਲ ਨਹੀਂ ਮੰਨੀ। ਖੈਰ ਉਸ ਵੇਲੇ ਸਿੱਧੂ ਕੈਬਨਿਟ 'ਚ ਵੀ ਸੀਗੇ ਤੇ ਜ਼ਾਹਿਰ ਹੈ ਕਿ ਸੀਐਮ ਤੋਂ ਅਲੱਗ ਤਾਂ ਹੋ ਨਹੀਂ ਸਕਦੇ ਸੀਗੇ ਉਹਨਾਂ ਨੇ ਕੈਬਨਿਟ ਵੀ ਛੱਡੀ, ਇਸੇ ਕਰਕੇ ਜਿਹੜਾ ਅਹੁਦਾ ਉਹਨਾਂ ਨੂੰ ਨਵਾਂ ਦਿੱਤਾ ਗਿਆ, ਨਵਾਂ ਉਹਨਾਂ ਨੂੰ ਵਿਭਾਗ ਦਿੱਤਾ ਗਿਆ, ਉਹ ਵੀ ਨਹੀਂ ਲਿਆ, ਤੇ ਲੇਕਿਨ ਘਰ ਵੀ ਬੈਠੇ ਰਹੇ ਕਾਫੀ ਦੇਰ ਤੱਕ। ਲੇਕਿਨ ਸਿੱਧੂ ਜਿੱਦਾਂ ਉਹ ਕਹਿ ਸਕਦੇ ਹਾਂ ਕਿ ਉਹ ਵੀ ਅੜੇ ਹੋਏ ਸੀ ਆਪਣੀ ਗੱਲ ਨੂੰ ਲੈ ਕੇ, ਤੇ ਇਹ ਵੀ ਅੜੇ ਹੋਏ ਸੀਗੇ, ਤੇ ਉਹ ਫਿਰ ਹਾਈ ਕਮਾਨ ਨੂੰ ਸ਼ਾਇਦ ਇਹ ਲੱਗਾ ਕਿ ਨਹੀਂ, ਕਿ ਇਹਨਾਂ 'ਚ ਇੱਕ ਕੋਈ ਤਾਂ ਇੱਦਾਂ ਦਾ ਬੰਦਾ ਹੈਗਾ ਨਾ ਜਿਹੜਾ ਪਬਲਿਕ ਦੀ ਸੋਚ ਰਿਹਾ ਜਾਂ ਪਾਰਟੀ ਦੀ ਸੋਚ ਰਿਹਾ, ਤੇ ਉਹਨਾਂ ਨੂੰ ਲੱਗਾ ਕਿ ਵੀ ਸਿੱਧੂ ਸੋਚ ਰਿਹਾ, ਤੇ ਇਸ ਕਰਕੇ ਸਿੱਧੂ ਨੂੰ ਉਹਨਾਂ ਨੇ ਇੱਕ ਅਹੁਦਾ ਦਿੱਤਾ ਬਕਾਇਦਾ। ਔਰ ਸਿੱਧੂ ਹੁਣ ਜਿਹੜੀ ਨਵੀਂ ਸਰਕਾਰ ਬਣੀ ਹੈ, ਸਿੱਧੂ ਉਹਨਾਂ 'ਤੇ ਵੀ ਪ੍ਰੈਸ਼ਰ ਬਣਾ ਕੇ ਰੱਖਿਆ ਹੋਇਆ ਸਿੱਧੂ। ਇੱਥੇ ਇਹ ਆਮ ਜਨਤਾ ਵਾਸਤੇ ਜਿਹੜਾ ਹੈ ਕੋਈ ਮਾੜੀ ਗੱਲ ਨਹੀਂ ਹੈਗੀ, ਆਮ ਜਨਤਾ ਵਾਸਤੇ ਇਹਦਾ ਫਾਇਦਾ ਹੀ ਹੈ। ਜਿਹੜੀ ਗੱਲ ਆਮ ਜਨਤਾ ਨਹੀਂ ਕਰ ਸਕਦੀ ਉਹ ਸਿੱਧੂ ਆਪ ਕਰੀ ਜਾ ਰਹੇ ਆ। ਲੇਕਿਨ ਤੁਹਾਡੀ ਗੱਲ ਇਹ ਲੱਗਦੀ ਜ਼ਰੂਰ ਹੈ ਮੈਨੂੰ ਕਿ ਇਸ ਤੋਂ ਪਹਿਲਾਂ ਕਿ ਵਿਰੋਧੀ ਧਿਰ ਕੋਈ ਖੜਾ ਹੋਵੇ ਕਿ ਉਹਨਾਂ ਆਪਣੀ ਹੀ ਪਾਰਟੀ ਦਾ ਵਿਰੋਧ ਕਰਾਤਾ ਜਾਵੇ, ਇਹ ਵੀ ਇੱਕ ਆਪਣੇ ਆਪ 'ਚ, ਕਿਉਂਕਿ ਦੇਖੋ ਰਾਜਨੀਤੀ 'ਚ ਕੁਝ ਵੀ ਹੋ ਸਕਦਾ, ਰਾਜਨੀਤੀ 'ਚ ਕੁਝ ਵੀ ਹੋ ਸਕਦਾ, ਤੇ ਇਹ ਵੀ ਹੋ ਸਕਦਾ ਕਿ ਰਾਜਨੀਤੀ ਇਹ ਵੀ ਕਹਿੰਦੀ ਹੈ ਕਿ ਹਾਂ ਵੀ ਤੁਸੀਂ ਬਜਾਏ ਕਿ ਕਿਸੇ ਹੋਰ ਦੀ ਗੱਲ ਮੰਨਣ ਨਾਲੋਂ ਚੰਗਾ ਤੁਸੀਂ ਕਿਉਂ ਨਾ ਆਪਣੇ ਬੰਦੇ ਦੀ ਗੱਲ ਮੰਨ ਲਓ। ਬਿਲਕੁਲ ਠੀਕ ਹੈ ਨਾ। ਉਹ ਇਹਨੇ ਕਿ ਵੀ ਦੇਖੋ ਜਿੱਦਾਂ ਕਾਂਗਰਸ ਦੇ ਹੁਣ ਵਿੱਚ ਚੱਲ ਰਿਹਾ ਤਾਂ ਅੱਜ ਦੀ ਤਰੀਕ 'ਚ ਤੁਸੀਂ ਦੇਖੋ ਰਾਣਾ ਜੀ ਕਿ ਵੀ ਧਿਆਨ ਜਿਹੜਾ ਸਾਰਾ ਜਾਂ ਤਾਂ ਲੋਕਾਂ ਦਾ ਚੰਨੀ ਵਾਲੀ ਸਾਈਡ ਨੂੰ ਹੈ ਜਾਂ ਧਿਆਨ ਜਿਹੜਾ ਸਿੱਧੂ ਵਾਲੀ ਸਾਈਡ ਨੂੰ ਹੈ। ਬਾਕੀ ਪੋਲੀਟੀਕਲ ਪਾਰਟੀਆਂ ਵਾਲੀ ਸਾਈਡ ਹੈ ਲੇਕਿਨ ਇੰਨਾ ਜ਼ਿਆਦਾ ਨਹੀਂ ਹੈ, ਜ਼ਿਆਦਾ ਇੰਟੈਂਸ਼ਨ ਜਿਹੜੀ ਇਸੀ ਸਾਈਡ ਹੈ। ਇਹ ਇਸੀ ਦਾ ਮੈਨੂੰ ਇੱਕ ਜਿਹੜਾ ਰਿਜ਼ਲਟ ਜਿਹੜਾ ਸਾਹਮਣੇ ਆਉਂਦਾ ਹੋਇਆ ਨਜ਼ਰ ਆ ਰਿਹਾ। ਬਿਲਕੁਲ ਦੇਖੋ ਜਿੱਦਾਂ ਹੁਣ ਕਿਉਂਕਿ ਇਲੈਕਸ਼ਨ ਈਅਰ ਹੈ, ਤੇ ਇਲੈਕਸ਼ਨ ਈਅਰ ਦੇ ਵਿੱਚ ਸਾਰੀਆਂ ਹੀ ਪਾਰਟੀਆਂ ਦੇ ਆਗੂ ਜਿਹੜੇ ਹੈਗੇ ਨਾ ਉਹ ਸਰਗਰਮ ਨੇ, ਇੱਕ ਬੀਜੇਪੀ ਨੂੰ ਛੱਡ ਕੇ। ਬੀਜੇਪੀ ਦਾ ਕਿਉਂਕਿ ਵਿਰੋਧ ਬਹੁਤ ਜ਼ਿਆਦਾ ਹੋ ਰਿਹਾ ਤੇ ਇਸ ਕਰਕੇ ਬੀਜੇਪੀ ਦੇ ਜਿਹੜੇ ਆਗੂ ਹੈਗੇ ਉਹ ਨਹੀਂ ਸਿਰਫ ਸਰਗਰਮ ਹੈਗੇ ਆ, ਹੈ ਤਾਂ ਉਹ ਵੀ ਸਰਗਰਮ ਨੇ, ਲੇਕਿਨ ਉਹਨਾਂ ਦਾ ਜਿੱਥੇ ਵੀ ਜਾਂਦੇ ਵਿਰੋਧ ਹੋ ਜਾਂਦਾ। ਹੁਣ ਤੁਸੀਂ ਸੁਖਬੀਰ ਸਿੰਘ ਬਾਦਲ ਨੂੰ ਦੇਖ ਲਓ, ਕਦੀ ਮਤਲਬ ਉਹ ਬਹੁਤ ਜ਼ਿਆਦਾ ਸਰਗਰਮ ਨੇ। ਇਸ ਦੇ ਬਾਵਜੂਦ ਜਿਹੜੇ ਆ ਨਾ ਬਹੁਤ ਜ਼ਿਆਦਾ ਲੋਕਾਂ ਦਾ ਧਿਆਨ ਜਿਹੜਾ ਹੈਗਾ ਇਹਨਾਂ ਲੀਡਰਾਂ ਵੱਲ ਨਹੀਂ ਜਾ ਰਿਹਾ। ਉਹ ਸ਼ਾਇਦ ਇਸੇ ਕਰਕੇ ਨਹੀਂ ਜਾ ਰਿਹਾ ਕਿਉਂਕਿ ਆਹ ਜਿਹੜੀ ਖੇਡ ਸੀ ਨਾ ਨਵੀਂ ਜਿਹੜੀ ਹੈ ਇਹਨਾਂ ਦੀ ਆਪਸੀ ਜਿਹੜੀ ਹੈ, ਇੱਕ ਪ੍ਰਦੇਸ਼ ਪ੍ਰਧਾਨ ਹੈ ਤੇ ਇੱਕ ਪ੍ਰਦੇਸ਼ ਦਾ ਸੀਐਮ ਹੈ ਕਿ ਨਹੀਂ, ਇਹ ਦੋਨੋਂ ਹੀ ਆਪਸ ਵਿੱਚ ਭਿੜੇ ਹੋਏ ਸੀ। ਹਾਲਾਂਕਿ ਚੰਨੀ ਕੋਈ ਬਹੁਤ ਜ਼ਿਆਦਾ ਬੋਲਦੇ ਨਹੀਂ ਹੈਗੇ, ਕੋਈ ਨਾ ਸਿੱਧੂ ਨੂੰ ਕਿਸ ਤਰ੍ਹਾਂ ਦਾ ਜਵਾਬ ਦਿੰਦੇ ਨਾ ਕੋਈ ਬਿਆਨਬਾਜ਼ੀ ਕਰਦੇ। ਸਿਰਫ ਇੱਕੋ ਵਾਰੀ ਉਹਨਾਂ ਨੇ ਕਿਹਾ ਸੀਗਾ ਕਿ ਯਾਰ ਜੇ ਐਡੀ ਗੱਲ ਹੈ ਤਾਂ ਇਹਨੂੰ ਸੀਐਮ ਬਣਾ ਦਿਓ, ਇਹ ਕਰਕੇ ਦੇਖ ਲਵੇ ਜਿਹੜਾ 3 ਮਹੀਨੇ 'ਚ ਕੁਝ ਕਰਨਾ ਹੈ। ਬਸ ਇੱਕੋ ਹੀ ਉਹਨਾਂ ਨੇ ਤਲਖ ਵਰਡ ਅੱਜ ਤੱਕ ਇਸਤੇਮਾਲ ਕੀਤਾ, ਨਹੀਂ ਤਾਂ ਉਸ ਤੋਂ ਬਾਅਦ ਉਹਨਾਂ ਨੇ ਕੋਈ ਤਲਖ ਵਰਡ ਇਸਤੇਮਾਲ ਨਹੀਂ ਕੀਤਾ। ਲੇਕਿਨ ਰਾਣਾ ਜੀ ਇੱਕ ਚੀਜ਼ ਹੋਰ ਵੀ ਆ ਰਹੀ ਹੈ ਕਿ ਸਿੱਧੂ ਜਿਹੜੇ ਇਸ਼ੂ ਚੱਕ ਰਹੇ ਹੈ
ਚਾਹੇ ਆਪਣੀ ਸਰਕਾਰ ਦੇ ਖਿਲਾਫ ਚੱਕ ਰਿਹਾ, ਲੇਕਿਨ ਮੈਨੂੰ ਲੱਗਦਾ ਕਿ ਲੋਕਾਂ ਦੇ ਵਿੱਚ ਉਹਦੀ ਐਕਸੈਪਟੇਬਿਲਿਟੀ ਵੀ ਆ, ਲੋਕ ਉਹਨੂੰ ਮੰਨ ਵੀ ਰਹੇ ਕਿ ਨਹੀਂ ਸਿੱਧੂ ਕੁਛ ਚੀਜ਼ਾਂ ਜਿਹੜੀਆਂ ਠੀਕ ਵੀ ਕਰ ਰਹੇ ਆ, ਸਿੱਧੂ ਜੇ ਕੁਛ ਚੱਕ ਰਿਹਾ ਇਸ਼ੂ ਤਾਂ ਠੀਕ ਹੈ। ਨਹੀਂ, ਜਿਹੜਾ ਆਪਾਂ ਜੇ ਏਜੀ ਦੀ ਗੱਲ ਕੀਤੀ ਜਾਵੇ ਕਿ ਜੇ ਕਹਿ ਰਹੇ ਕਿ ਉਹ ਕਿਉਂਕਿ ਉਹ ਬੇਅਦਬੀ ਕਾਂਡ ਦੇ ਵਿੱਚ ਬਲੈਂਕਟ ਵੇਲ ਵਗੈਰਾ ਦਵਾਈ ਉਹਨਾਂ ਨੇ ਇਹ ਉਹ, ਤਾਂ ਉਹ ਏਜੀ ਦਾ ਆਮ ਲੋਕਾਂ ਨੂੰ ਇਹਨਾਂ ਚੀਜ਼ਾਂ ਤੋਂ ਕੋਈ ਬਹੁਤ ਜ਼ਿਆਦਾ ਮਤਲਬ ਨਹੀਂ ਹੁੰਦਾ, ਕਿਉਂਕਿ ਜਿਹੜਾ ਏਜੀ ਹੁੰਦਾ ਨਾ ਉਹ ਸਰਕਾਰ ਦੇ ਕੇਸਿਸ ਦੇਖਦਾ ਹੈ। ਸਰਕਾਰ ਦੇ ਕੇਸਿਸ ਤੋਂ ਆਮ ਲੋਕਾਂ ਨੂੰ ਮਤਲਬ ਨਹੀਂ ਹੁੰਦਾ। ਜੇ ਤੁਸੀਂ ਬੇਅਦਬੀ ਕਾਂਡ ਨੂੰ ਛੱਡ ਦਿਓ, ਇੱਕ ਮਿੰਟ, ਜੇ ਤੁਸੀਂ ਬੇਅਦਬੀ ਵਾਲਿਆਂ ਨੂੰ ਛੱਡ ਦਿਓ ਤੇ ਨਸ਼ੇ ਨੂੰ ਛੱਡ ਦਿਓ, ਦੋ ਚੀਜ਼ਾਂ ਨੂੰ ਛੱਡ ਦਿਓ, ਤੇ ਬਾਕੀ 1000 ਕੇਸ ਇੱਦਾਂ ਦੇ ਹੋਣੇ ਆ ਜਿਹੜੇ ਪੰਜਾਬ ਸਰਕਾਰ ਦੇ ਚੱਲ ਰਹੇ ਜਿਹਨੂੰ ਆਮ ਲੋਕਾਂ ਨੂੰ ਕੋਈ ਮਤਲਬ ਨਹੀਂ ਹੈਗਾ। ਅੱਜ ਦੀ ਤਰੀਕ 'ਚ ਜਿਹੜਾ ਸਭ ਤੋਂ ਹੌਟ ਇਸ਼ੂ ਹੈ ਨਾ ਜੀ, ਉਹ ਤਾਂ ਬੇਅਦਬੀ ਵਾਲੇ ਮਾਮਲੇ ਹੈਗੇ, ਠੀਕ ਹੈ ਨਹੀਂ। ਉਹ ਕੁਛ ਉਹਨਾਂ ਦੀਆਂ ਗੱਲਾਂ ਸਹੀ ਵੀ ਸੀਗੀਆਂ ਕਿ ਜਿਸ ਬੰਦੇ ਨੇ ਪਹਿਲੇ ਮਤਲਬ ਸਾਡੇ ਵਿਰੋਧ 'ਚ ਕੇਸ ਲੜਿਆ, ਉਹ ਬੰਦਾ ਹੁਣ ਸਾਡੇ ਪੱਖ 'ਚ ਕਿੱਦਾਂ ਲੜੂਗਾ। ਕੁਝ ਚੀਜ਼ਾਂ ਜਿਹੜੀਆਂ ਅੱਜ ਜੇ ਅਸੀਂ ਇੰਟੈਲੈਕਚੁਅਲ ਕਲਾਸ ਦੇ ਵਿੱਚ ਵੀ ਇਸ ਚੀਜ਼ ਨੂੰ ਡਿਸਕਸ ਕਰਦੇ ਹਾਂ ਤਾਂ ਉਹ ਵੀ ਇਸ ਚੀਜ਼ ਨੂੰ ਜਿਹੜੀ ਆ ਉਹ ਮੰਨਦੀ ਹੈ ਕਿ ਨਹੀਂ ਇਹ ਇਸ਼ੂ ਜਿਹੜਾ ਠੀਕ ਸੀਗਾ, ਗਲਤ ਨਹੀਂ ਸੀਗਾ। ਨਹੀਂ ਰਾਣਾ ਜੀ ਦੇਖੋ ਇਹ ਗੱਲ ਸੁਣੋ, ਹਾਂ, ਕਿਉਂਕਿ ਜਦੋਂ ਹੁੰਦਾ ਨਾ, ਜਦੋਂ ਹਾਂ ਉਹਨਾਂ ਨੇ ਕਿਹੜਾ ਕਿ ਇਹੀ ਕੇਸ ਹੀ ਲੜਨਾ ਇਕੱਲਾ, ਜਦ ਕਿ ਪਿੱਛੇ ਇਹ ਕਿਹਾ ਸੀਗਾ ਕਿ ਅਸੀਂ 10 ਬੰਦਿਆਂ ਦਾ ਇੱਕ ਪੈਨਲ ਹੋਰ ਵਕੀਲਾਂ ਦਾ ਰੱਖ ਰਹੇ ਹਾਂ ਜਿਹੜੇ ਬੇਅਦਬੀ ਦੇ ਕੇਸਿਸ ਹੀ ਲੜਨਗੇ। ਹਾਂ, ਹੋ ਸਕਦਾ ਇਹ ਕਿਹਾ ਜਾ ਸਕਦਾ ਕਿ ਏਜੀ ਤੋਂ ਬਾਹਰ ਹੋ ਕੇ ਕੇਸ ਨਹੀਂ ਸੀ ਉਹ ਲੜ ਸਕਦੇ, ਲੇਕਿਨ ਇਹ ਵੀ ਤਾਂ ਹੋ ਸਕਦਾ ਕਿ ਉਹ ਏਜੀ ਨੂੰ ਨਾ ਡਾਇਰੈਕਟ ਰਿਪੋਰਟ ਕਰਦੇ ਸੀਐਮ ਨੂੰ ਕਰਦੇ, ਇਹ ਵੀ ਤਾਂ ਹੋ ਸਕਦਾ ਨਾ। ਲੇਕਿਨ ਹਾਈ ਕੋਰਟ ਦੇ ਵਿੱਚ ਤਾਂ ਏਜੀ ਨੇ ਹੀ ਕੇਸ ਲੜਨਾ ਸੀਗਾ ਨਾ ਉਹ ਗੱਲ, ਲੇਕਿਨ ਜੋ ਸਰਕਾਰ ਤੋਂ ਬਾਹਰ ਤਾਂ ਨਹੀਂ ਜਾ ਸਕਦਾ। ਜਿੱਦਾਂ ਉਹ ਜੇ ਬਾਦਲਾਂ ਦੇ ਟਾਈਮ ਤੇ ਉਹ ਮਤਲਬ ਉਹਨਾਂ ਦਾ ਵਕੀਲ ਸੀ ਤੇ ਅੱਜ ਉਹ ਜੇ ਮਤਲਬ ਕਾਂਗਰਸ ਦਾ ਵਕੀਲ ਹੈ ਤੇ ਜ਼ਾਹਿਰ ਹੈ ਕਿ ਇਹਨਾਂ ਦੇ ਪੱਖ ਦੀ ਗੱਲ ਕਰੂਗਾ ਨਾ ਉਹ, ਠੀਕ ਹੈ ਨਾ। ਪਰ ਮੈਨੂੰ ਔਰ ਵੈਸੇ ਵੀ ਕਿਉਂਕਿ ਐਸਆਈਟੀ ਵੀ ਤਾਂ ਬਦਲ ਗਈ ਨਾ ਹੁਣ। ਦੇਖੋ ਉਹਨੇ ਕੁਝ ਹੋਰ ਰਿਪੋਰਟ ਦਿੱਤੀ ਸੀ, ਇਹਨਾਂ ਨੇ ਕੁਝ ਹੋਰ ਰਿਪੋਰਟ ਦੇਣੀ ਹੈ, ਜਿਹੜੀ ਰਿਪੋਰਟ ਉਹਦੇ ਆਧਾਰ ਤੇ ਹੀ ਕੇਸ ਲੜਿਆ ਜਾਣਾ ਸੀ ਨਾ। ਤੇ ਇਸ ਕਰਕੇ ਚਲੋ ਖੈਰ ਹੁਣ ਤਾਂ ਉਹ ਉਹਨਾਂ ਦਾ ਅਸਤੀਫਾ ਲੈ ਹੀ ਲਿਆ ਗਿਆ, ਗੱਲ ਹੀ ਹੋ ਗਈ, ਖਤਮ ਹੋ ਗਈ। ਔਰ ਕੱਲ ਜਿਹੜਾ ਕਹਿ ਰਹੇ ਕਿ ਵੀ ਤੁਹਾਨੂੰ ਇੱਕ ਏਜੀ ਦੇ ਦਿੱਤਾ ਜਾਏਗਾ, ਤੇ ਜ਼ਾਹਿਰ ਹੈ ਕਿ ਹੋ ਸਕਦਾ ਹੈ ਕਿ ਉਹਦੇ ਨਾਮ ਦਾ ਜ਼ਿਕਰ ਵੀ ਸਿੱਧੂ ਤੋਂ ਕਰ ਦਿੱਤਾ ਗਿਆ ਹੋਵੇ ਕਿ ਅਸੀਂ ਫਲਾਣੇ ਬੰਦੇ ਨੂੰ ਲਾਉਣ ਲੱਗੇ ਹਾਂ। ਜੇ ਹਜੇ 'ਚ ਕੋਈ ਕਮੀ ਹੈ ਤਾਂ ਦੱਸ ਦੇ, ਬਜਾਏ ਕਿ ਇਸ ਤੋਂ ਬਾਅਦ ਕਿ ਤੁਸੀਂ ਕੋਈ ਵਿਵਾਦ ਖੜਾ ਕਰੋ। ਤੇ ਇਹ ਮੈਨੂੰ ਲੱਗਦਾ ਕਿ ਕੋਈ ਹੁਣ ਸਿੱਧੂ ਦੀ ਕੰਸੈਂਟ ਦੇ ਨਾਲ ਹੀ, ਔਰ ਵੈਸੇ ਵੀ ਹੁੰਦਾ ਹੈ। ਵੈਸੇ ਦੇਖੋ, ਵੈਸੇ ਤਾਂ ਜਿਹੜਾ ਪ੍ਰਦੇਸ਼ ਪ੍ਰਧਾਨ ਹੈ ਨਾ ਪਾਰਟੀ ਦਾ, ਉਹ ਹੀ ਸਰਕਾਰ ਤੋਂ ਜਵਾਬ ਮੰਗਦਾ ਹੈ, ਲੇਕਿਨ ਪਬਲਿਕਲੀ ਨਹੀਂ ਮੰਗਦਾ, ਬਿਲਕੁਲ ਪਾਰਟੀ 'ਚ ਮੰਗਦਾ, ਆਫਿਸ 'ਚ ਮੰਗਦਾ, ਪਾਰਟੀ 'ਚ ਮੰਗਦਾ। ਲੇਕਿਨ ਇਹ ਪਬਲਿਕ 'ਚ ਆ ਕੇ ਸਿੱਧੂ ਨੇ ਜਿਹੜਾ ਥੋੜ੍ਹਾ ਜਿਹਾ ਅਲੱਗ ਕਰਤਾ ਕੰਮ। ਲੇਕਿਨ ਹੁੰਦਾ ਇਹੀ ਹੈ ਕਿ ਪ੍ਰਦੇਸ਼ ਪ੍ਰਧਾਨ ਜਿਹੜਾ ਹੈਗਾ ਉਹ ਆਪਣੀ ਸਰਕਾਰ ਤੋਂ ਜਵਾਬ ਮੰਗਦਾ ਹੈ। ਕਿਉਂ ਕਿ ਪਾਰਟੀ ਦੀਆਂ ਜਿਹੜੀਆਂ ਕਮਿਟਮੈਂਟਸ ਹੈਗੀਆਂ ਨਾ, ਉਹਦੀ ਜਵਾਬਦੇਹੀ ਜਿਹੜੀ ਹੈਗੀ ਹੈ ਸੀਐਮ ਦੇ ਬਰਾਬਰ ਹੀ ਪ੍ਰਦੇਸ਼ ਪ੍ਰਧਾਨ ਦੀ ਵੀ ਹੁੰਦੀ ਹੈ। ਜਿਹੜਾ ਸੂਬਾ ਪ੍ਰਧਾਨ ਹੁੰਦਾ ਉਹਦੀ ਵੀ ਕਮਿਟਮੈਂਟ ਦੀ ਪੂਰੀਆਂ ਕਰਨ ਦੀ ਉਨੀ ਹੀ ਜ਼ਿੰਮੇਵਾਰੀ ਹੁੰਦੀ ਹੈ ਜਿੰਨੀ ਸੀਐਮ ਦੀ ਹੁੰਦੀ ਹੈ। ਜਿਸ ਕਰਕੇ ਉਹ ਪ੍ਰੈਸ਼ਰ ਬਣਾ ਸਕਦਾ ਹੈ, ਲੇਕਿਨ ਉਹ ਪਾਰਟੀ ਦਫ਼ਤਰ 'ਚ, ਪਾਰਟੀ ਦੇ ਇੰਟਰਨਲ ਮੈਟਰਸ ਦੇ ਵਿੱਚ ਨੂੰ ਲੈ ਕੇ, ਪਾਰਟੀ ਦੇ ਅੰਦਰ ਇਹ ਠੀਕ ਹੈ ਕਿ ਸਿੱਧੂ ਕਿਉਂਕਿ ਸ਼ੁਰੂ ਤੋਂ ਹੀ ਮੀਡੀਆ 'ਚ ਰਹੇ ਨੇ, ਔਰ ਸਿੱਧੂ ਦੀ ਵੋਕੈਬਲਰੀ ਜਿਹੜੀ ਹੈਗੀ ਹੈ ਉਹ ਬੜੀ ਫਲੋ 'ਚ ਹੁੰਦੀ ਹੈ, ਇਸ ਕਰਕੇ ਉਹ ਜੋ ਵੀ ਗੱਲ ਕਰਦੇ ਉਹ ਮੀਡੀਆ 'ਚ ਆ ਕੇ ਹੀ ਕਰਦੇ ਆ। ਤੇ ਉਹਨਾਂ ਨੇ ਮੀਡੀਆ 'ਚ ਸ਼ਾਇਦ ਗੱਲ ਕੀਤੀ ਤੇ ਤਾਂ ਕਰਕੇ ਅੱਜ ਜਿਹੜਾ ਹੈਗਾ ਉਹਨਾਂ ਦੀ ਇੱਕ ਵੱਡੀ ਮੰਗ ਜਿਹੜੀ ਹੈਗੀ ਆ ਉਹ ਪੂਰੀ ਹੋ ਗਈ ਹੈ। ਰਾਣਾ, ਇੱਕ ਮਿੰਟ ਮੈਂ ਤੁਹਾਨੂੰ ਰੋਕਣਾ ਚਾਹੂੰਗਾ। ਸਾਡੇ ਨਾਲ ਕਰਮਚਾਰੀ ਯੂਨੀਅਨ ਦੇ ਪ੍ਰਧਾਨ ਹੈਗੇ ਆਸ਼ੀਸ਼ ਜੁਲਾਹਾ ਜੀ, ਉਹ ਜੁੜੇ ਨੇ। ਉਹਨਾਂ ਨੂੰ ਵੀ ਪੁੱਛਦੇ ਕਿ ਜਿਹੜੀ ਇੱਕ ਬੜੀ ਵੱਡੀ ਇੱਕ ਡਿਮਾਂਡ ਸੀਗੀ ਪੰਜਾਬ ਦੇ ਕਰਮਚਾਰੀਆਂ ਦੀ, ਠੇਕਾ ਕਰਮਚਾਰੀਆਂ ਦੀ, ਕਿ ਉਹਨਾਂ ਨੂੰ ਰੈਗੂਲਰ ਕੀਤਾ ਜਾਏ। 4.5 ਸਾਲ ਤੋਂ ਡਿਮਾਂਡ ਕਰ ਰਹੇ ਸੀਗੇ, ਲੇਕਿਨ ਉਹ ਸਿਰੇ ਨਹੀਂ ਚੜ੍ਹ ਰਹੀ। ਅੱਜ ਜਿਹੜੀ ਗੱਲ ਨੇਪਰੇ ਚੜ੍ਹਦੀ ਹੋਈ ਨਜ਼ਰ ਆ ਰਹੀ ਹੈ। ਆਸ਼ੀਸ਼ ਜੀ, ਅੱਜ ਸੀਐਮ ਨੇ ਵੀ ਐਲਾਨ ਕਰ ਦਿੱਤਾ। ਹਾਂਜੀ ਬਿਲਕੁਲ ਰਾਣਾ ਜੀ, ਦੈਨਿਕ ਸਵੇਰਾ ਦਾ ਧੰਨਵਾਦ ਹੈ, ਸਾਨੂੰ ਐਲਾਨ ਕੀਤਾ ਹੈ। ਪਰ ਅਸੀਂ ਇਸ ਗੱਲ ਦਾ ਸਵਾਗਤ ਕਰਦੇ ਹਾਂ ਵੀ ਇੱਕ 37,000 ਦੀ ਫਿਗਰ ਜਿਹੜੀ ਕਹੀ ਗਈ ਹੈ ਜੀ, ਉਹ ਇੱਕ ਵਧੀਆ ਫਿਗਰ ਮੰਨਦੇ ਆ। ਉਹਦੇ ਨਾਲ ਅਸੀਂ ਇਹ ਮੰਨਦੇ ਆ ਵੀ ਆਲਮੋਸਟ ਜਿਹੜਾ ਕੰਟਰੈਕਚੁਅਲ ਇੰਪਲਾਈਜ਼ ਹੈ ਉਹ ਸਾਰਾ ਰੈਗੂਲਰ ਹੋ ਜਾਊਗਾ। ਪਰ ਗੱਲ ਇਹ ਵੀ ਇਹ ਸਿਰਫ ਐਲਾਨ ਨਾ ਰਵੇ, ਜੀ ਜੀ, ਕਿਉਂਕਿ ਉਹਨੂੰ ਪੂਰਾ ਇੰਪਲੀਮੈਂਟ ਕਰਵਾਇਆ ਜਾਵੇ ਅਗਲੇ 1 ਹਫ਼ਤੇ ਦੇ ਵਿੱਚ, ਕਿਉਂਕਿ ਪਰਸੋਂ ਇਹਨੂੰ ਐਕਟ ਬਣ ਜਾਣਾ ਹੈ। ਜੀ ਜੀ। ਤੇ ਜੇਕਰ ਇਹਦੀ ਇੰਪਲੀਮੈਂਟੇਸ਼ਨ ਨਹੀਂ ਕਰਾਈ ਜਾਂਦੀ, ਕਿਉਂਕਿ ਜੋ ਪਿਛਲੀ ਵਾਰੀ ਵੀ ਐਕਟ ਆਇਆ ਸੀਗਾ ਤਾਂ ਉਹ ਇੰਪਲੀਮੈਂਟ ਹੋਣ ਕੋਲੋਂ ਰਹਿ ਗਿਆ ਸੀਗਾ। ਜੀ ਜੀ। ਉਹਦੇ ਤੇ ਬੇਲੋੜੀਆਂ ਕਾਰਵਾਈਆਂ ਐਡਮਿਨਿਸਟ੍ਰੇਟਿਵ ਸੈਕਟਰੀਜ਼ ਵੱਲੋਂ ਜਾਂ ਵਿਭਾਗੀ ਮੰਤਰੀਆਂ ਵੱਲੋਂ ਕੀਤੀਆਂ ਗਈਆਂ ਸੀਗੀਆਂ, ਉਹ ਬੇਲੋੜੀਆਂ ਕਾਰਵਾਈਆਂ ਨਾ ਕੀਤੀਆਂ ਜਾਣ। ਜੀ ਜੀ। ਵਿਭਾਗਾਂ ਨੂੰ ਸਖਤ ਹਦਾਇਤਾਂ ਕੀਤੀ ਜਾਵੇ ਵੀ ਕੋਈ ਵੀ ਕੱਚਾ ਮੁਲਾਜ਼ਮ ਹੈ, ਜੀ ਜੀ, ਉਹਨੂੰ ਪਹਿਲ ਦੇ ਆਧਾਰ ਤੇ ਰੈਗੂਲਰ ਕੀਤਾ ਜਾਵੇ ਬਿਨਾਂ ਕਿਸੇ ਬੇਲੋੜੀਆਂ ਕਾਰਵਾਈਆਂ ਤੋਂ। ਦੂਜੀ ਗੱਲ ਹੈ, ਹਾਲੇ ਸਰਕਾਰ ਨੇ ਸ਼ਰਤਾਂ ਨਹੀਂ ਦੱਸੀਆਂ। ਜੀ ਜੀ, ਕਿਹੜੀਆਂ ਸ਼ਰਤਾਂ ਦੇ ਮੁਲਾਜ਼ਮ ਰੈਗੂਲਰ ਕੀਤੇ ਜਾਣਗੇ। ਜੀ, ਇੱਕ ਜਿਹੜੀ ਇਹਨਾਂ ਨੇ ਪਾਲਿਸੀ ਬਣਾਈ ਸੀਗੀ ਵਿੱਚ ਕੀ 10 ਈਅਰ ਵਾਲੀ ਕੰਡੀਸ਼ਨ ਰੱਖੀ ਸੀਗੀ, ਕਿਆ ਉਹ ਲਾਗੂ ਹੈ ਇਹਦੇ ਵਿੱਚ ਜਾਂ ਨਹੀਂ ਹੈ? ਨਹੀਂ, ਉਹੀ ਖਰੜਾ ਸੀਗਾ ਜੀ, ਉਹਦੇ ਤੇ ਇਹਨਾਂ ਨੇ ਸੁਝਾਅ ਵੀ ਮੰਗੇ ਸੀ, ਪਰ ਹੁਣ ਉਹ ਵਾਲਾ ਖਰੜਾ ਲਾਗੂ ਹੋਇਆ ਹੈ ਜਾਂ ਕੋਈ ਹੋਰ ਖਰੜਾ? 10 ਸਾਲ ਵਾਲਾ ਬੰਦਾ ਰੈਗੂਲਰ ਹੋ ਰਿਹਾ, 5 ਸਾਲ ਵਾਲਾ ਹੋ ਰਿਹਾ, 3 ਸਾਲ ਵਾਲਾ ਹੋ ਰਿਹਾ। ਉਸ ਤੋਂ ਬਾਅਦ ਕਿਹੜਾ ਮੁਲਾਜ਼ਮ ਰੈਗੂਲਰ ਹੋ ਰਿਹਾ, ਇਹ ਗੱਲਾਂ ਹਾਲੇ ਕਈ ਕਲੀਅਰ ਹੋਣ ਵਾਲੀਆਂ ਬਾਕੀ ਨੇ। ਪਰ ਚਲੋ ਸਰਕਾਰ ਐਟਲੀਸਟ ਇਹ ਤਾਂ ਮੰਨੀ ਵੀ ਅਸੀਂ ਕੱਚੇ ਮੁਲਾਜ਼ਮਾਂ ਨੂੰ ਪੱਕਾ ਕਰਨਾ ਹੈ। ਬਿਲਕੁਲ। ਤੇ ਪਰਸੋਂ ਐਕਟ ਆ ਰਿਹਾ, ਉਮੀਦ ਕਰਾਂਗੇ ਵੀ ਚਲੋ 3 ਸਾਲ ਦੇ ਜੇ ਨਹੀਂ ਮੰਨੇ ਤਾਂ ਘੱਟੋ ਘੱਟ 5 ਸਾਲ ਵਾਲਾ ਹਰ ਇੱਕ ਮੁਲਾਜ਼ਮ ਪੱਕਾ ਕਰਿਆ ਜਾਵੇ। ਜੀ ਜੀ।
ਤਾਂ ਹੀ ਜਿਹੜੇ ਪੰਜਾਬ ਦਾ ਸਮੁੱਚਾ ਮੁਲਾਜ਼ਮ ਵਰਗ ਜਿਹੜਾ ਰੈਗੂਲਰ ਹੁੰਦਾ ਹੈ, ਨਾਲ ਦੀ ਨਾਲ ਅਸੀਂ ਇਹ ਵੀ ਮੰਗ ਕਰਦੇ ਹਾਂ ਵੀ ਪ੍ਰੋਬੇਸ਼ਨ ਨਾ ਰੱਖਿਆ ਜਾਵੇ, ਕਿਉਂਕਿ ਅਸੀਂ ਲੰਬੇ ਸਮੇਂ ਤੋਂ ਪਹਿਲਾਂ ਹੀ ਕੰਮ ਕਰ ਰਹੇ ਹਾਂ ਤਾਂ ਸਾਡੇ ਪ੍ਰੋਬੇਸ਼ਨ ਰੱਖਣ ਦੀ ਲੋੜ ਨਹੀਂ। ਜੀ ਜੀ ਹਰ ਇੱਕ ਤਰ੍ਹਾਂ ਦਾ ਮੁਲਾਜ਼ਮ, ਚਾਹੇ ਉਹ ਸੈਂਟਰ ਸਪੌਂਸਰ ਸਕੀਮ 'ਚ ਹੈ, ਸੁਸਾਇਟੀ 'ਚ ਹੈ, ਪ੍ਰੋਜੈਕਟ 'ਚ ਹੈ, ਵਿਭਾਗ 'ਚ ਹੈ, ਕਿਸੇ ਪਬਲਿਕ ਸੈਕਟਰ ਅਦਾਰੇ 'ਚ ਹੈ, ਤਾਂ ਹਰ ਇੱਕ ਮੁਲਾਜ਼ਮ ਨੂੰ ਰੈਗੂਲਰ ਕੀਤਾ ਜਾਵੇ, ਨਾ ਸਿਰਫ ਆਂਕੜਿਆਂ ਦੀ ਖੇਡ ਖੇਡੀ ਜਾਵੇ। ਜੀ ਜੀ ਜਿਹੜੇ ਇੱਕ ਆਊਟਸੋਰਸਿੰਗ ਵਾਲੀ ਤੁਹਾਡੀ ਡਿਮਾਂਡ ਸੀਗੀ, ਕਿਆ ਉਹ ਵੀ ਕਰਮਚਾਰੀ ਵਿੱਚ ਆਣਗੇ 36000 ਦੇ ਵਿੱਚ? ਨਹੀਂ, 36000 ਚ ਉਹ ਨਹੀਂ ਆਉਂਦੇ ਜੀ, ਉਹ 36000 ਤੋਂ ਫਿਗਰ ਵੱਧ ਜਾਂਦੀ ਹੈ, ਕਿਉਂਕਿ ਕੰਟਰੈਕਚੁਅਲ EMPLOYEES ਅਸੀਂ ਮੰਨ ਸਕਦੇ ਹਾਂ 36000 ਦੇ ਕਰੀਬ ਸੀਗੇ, 36000 35000 40000 ਦੇ ਕਰੀਬ। ਜੀ ਜੀ ਪਰ ਆਊਟਸੋਰਸ ਇੰਨੇ ਹੀ ਆਊਟਸੋਰਸ ਮੁਲਾਜ਼ਮ ਨੇ ਘੱਟੋ ਘੱਟ। ਜੀ ਜੀ ਤੇ ਜੇ ਸਿਰਫ ਇਹ ਫਿਗਰ ਬੋਲੀ ਗਈ ਹੈ ਤਾਂ ਉਹ ਉਹਨਾਂ ਨੂੰ ਛੱਡ ਦਿੱਤਾ ਗਿਆ। ਉਹ ਸਾਡਾ ਰੋਸ ਹਾਲੇ ਵੀ ਬਰਕਰਾਰ ਰਹੂਗਾ। ਜੀ ਜੀ ਅਸੀਂ ਸਰਕਾਰ ਨੂੰ ਇਹੀ ਮੰਗ ਕਰਦੇ ਹਾਂ ਵੀ ਉਹਨਾਂ ਨੂੰ ਕੰਟਰੈਕਟ ਤੇ ਲੈਣ ਦੀ ਗੱਲ ਹੈ ਤਾਂ ਜਦੋਂ ਬਿੱਲ ਪੇਸ਼ ਕੀਤਾ ਜਾਵੇ, ਜਿਵੇਂ 2016 'ਚ ਇਹ ਗੱਲ ਲਿਖੀ ਹੋਈ ਸੀ ਐਕਟ ਵਿੱਚ ਕਿ ਆਊਟਸੋਰਸ ਮੁਲਾਜ਼ਮਾਂ ਨੂੰ ਕੰਟਰੈਕਟ ਤੇ ਲਿਆ ਜਾਵੇ, ਉਹਨਾਂ ਨੂੰ ਵੀ ਵਿੱਚ ਲੈ ਲਿਆ ਜਾਵੇ, ਉਹ ਲਾਈਨ ਲਿਖੀ ਜਾਵੇ ਜ਼ਰੂਰ। ਜੀ ਜੀ ਤੇ ਨਹੀਂ ਤਾਂ ਫਿਰ ਅੱਧਾ ਅਧੂਰਾ ਫੈਸਲਾ ਹੋਊਗਾ ਜਿੰਦਾ ਵਿਰੋਧ ਬਰਕਰਾਰ ਰਹੂਗਾ। ਇੱਕ ਜਿਹੜਾ ਤੁਸੀਂ ਮਿੱਥਿਆ ਹੋਇਆ ਸੀਗਾ ਕੱਲ ਤੋਂ ਪੱਕਾ ਮੋਰਚਾ, ਹੁਣ ਉਹ ਲੱਗੇਗਾ ਜਾਂ ਫਿਲਹਾਲ ਮਤਲਬ ਪੋਸਟਪੋਨ ਕਰ ਦਿੱਤਾ ਗਿਆ ਹੈ? ਨਹੀਂ, ਹਾਲ ਦੀ ਘੜੀ ਅਸੀਂ ਉਹਨੂੰ ਇੱਕ ਵਾਰੀ ਪੋਸਟਪੋਨ ਕਰ ਦਿੱਤਾ, ਕਿਉਂਕਿ ਜਦੋਂ ਐਕਟ ਹੀ ਆ ਰਿਹਾ ਪਰਸੋਂ, ਜੀ ਜੀ ਜੇਕਰ ਐਕਟ ਦੀਆਂ ਸ਼ਰਤਾਂ ਸਹੀ ਹੋਣਗੀਆਂ ਜੀ ਜੀ ਤੇ ਉਹਨੂੰ ਲਾਗੂ ਕਰਵਾਇਆ ਜਾਊਗਾ ਤਾਂ ਠੀਕ ਹੈ, ਨਹੀਂ ਤਾਂ ਫਿਰ ਅਗਲੇ ਹਫਤੇ ਤੋਂ ਅਸੀਂ ਪੱਕਾ ਮੋਰਚਾ ਤੇ ਕਲਮ ਛੋੜ ਹੜਤਾਲ ਜਿਹੜੀ ਹੈ ਕਰਾਵਾਂਗੇ। ਨਹੀਂ, ਜਿਹੜਾ ਕੈਬਨਿਟ 'ਚ ਆਇਆ ਤਾਂ ਕੁਛ ਨਾ ਕੁਛ ਤੁਹਾਡੇ ਨਾਲ ਵੀ ਤਾਂ ਡਿਸਕਸ਼ਨ ਹੋਈ ਹੋਣੀ, ਯੂਨੀਅਨਸ ਦੇ ਨਾਲ ਵੀ ਤਾਂ ਡਿਸਕਸ਼ਨ ਹੋਈ ਹੋਣੀ ਕਿ ਅਸੀਂ ਕੀ ਲੈ ਕੇ ਆ ਰਹੇ ਹਾਂ, ਕੀ ਨਹੀਂ ਲੈ ਕੇ ਆ ਰਹੇ ਹਾਂ, ਉਹਦੇ ਵਿੱਚ ਕੀ ਡਿਸਕਸ਼ਨ ਹੋਈ ਸੀਗੀ ਕੋਈ? ਸਾਡੇ ਨਾਲ ਇਹਨਾਂ ਨੇ ਫਾਈਨਲ ਫੈਸਲਾ ਸਾਨੂੰ ਨਹੀਂ ਉਹਦੇ ਤੋਂ ਜਾਣੂ ਕਰਵਾਇਆ ਗਿਆ, ਇਹਨਾਂ ਨੇ ਉਹ ਫਾਈਨਲ ਫੈਸਲਾ ਤੇ ਕੋਡ ਰੱਖਿਆ, ਪਰ ਅਸੀਂ ਇਹਦੇ ਜੋ ਸੁਝਾਅ ਦਿੱਤੇ ਨੇ ਜੀ ਜੀ ਉਹਦੇ ਵਿੱਚ ਅਸੀਂ ਇਹ ਕਿਹਾ ਸੀਗਾ ਵੀ 3 ਸਾਲ ਵਾਲਾ ਮੁਲਾਜ਼ਮ ਪੱਕਾ ਕਰੋ ਜੀ। ਤੇ ਇਹ ਸ਼ਰਤ ਨਹੀਂ ਹੋਣੀ ਚਾਹੀਦੀ ਵੀ ਬੰਦਾ ਸੈਂਕਸ਼ਨ ਪੋਸਟ ਤੇ ਲੱਗਾ ਹੋਵੇ, ਕਿਸੇ ਵੀ ਪੋਸਟ ਤੇ ਲੱਗਾ ਹੋਵੇ ਮੁਲਾਜ਼ਮ ਰੈਗੂਲਰ ਹੋਣਾ ਚਾਹੀਦਾ ਜੀ। ਜਿੰਨੇ ਮੁਲਾਜ਼ਮ ਰੈਗੂਲਰ ਹੋਣ ਉਹਨੀਆਂ ਪੋਸਟਾਂ ਕ੍ਰੀਏਟ ਮੰਨੀਆਂ ਜਾਣ। ਜੀ ਜੀ ਕਿਉਂਕਿ ਜਿਹੜਾ ਖਰੜਾ ਇੱਕ ਬਾਹਰ ਆਇਆ ਸੀਗਾ ਉਹਦੇ ਵਿੱਚ ਜਿਹੜੀਆਂ 2-3 ਸ਼ਰਤਾਂ ਸੀ ਉਹ ਗਲਤ ਸ਼ਰਤਾਂ ਸੀ। ਜੀ ਜੀ ਅਸੀਂ ਸਟਰੋਂਗਲੀ ਉਹਨਾਂ ਨੂੰ ਡਿਨਾਈ ਕੀਤਾ ਸੀਗਾ। ਬ੍ਰਹਮ ਇੰਦਰਾ ਜੋ ਚੇਅਰਮੈਨ ਨੇ ਉਹਨਾਂ ਨਾਲ ਬੜੀ ਡਿਟੇਲ ਮੀਟਿੰਗ ਹੋਈ ਸੀ, ਜੀ ਉਹਨਾਂ ਨੇ ਸਾਡੀਆਂ ਗੱਲਾਂ ਐਗਰੀ ਕੀਤੀਆਂ ਸੀਗੀਆਂ ਤੇ ਉਮੀਦ ਕਰਦੇ ਵੀ ਜੋ ਅਸੀਂ ਗੱਲਾਂ ਕਹੀਆਂ ਨੇ ਲਿਖਤੀ ਵਿੱਚ ਤੇ ਜੋ ਸਾਡੇ ਫੈਸਲੇ ਹੋਏ ਸੀ ਇਹਨਾਂ ਨਾਲ ਮੀਟਿੰਗਾਂ ਵਿੱਚ ਜੀ ਜੀ ਉਹਨਾਂ ਨੂੰ ਲਾਗੂ। ਲਾਸਟ ਟਾਈਮ ਸਾਨੂੰ ਰਾਜਕੁਮਾਰ ਵੇਰਕਾ ਵੀ ਮਿਲੇ ਨੇ, ਭਾਰਤ ਭੂਸ਼ਣ ਆਸ਼ੂ ਜੋ ਨਵੇਂ ਮਿਨਿਸਟਰ ਸ਼ਾਮਲ ਕੀਤੇ ਨੇ। ਜੀ ਜੀ ਤੇ ਉਮੀਦ ਕਰਦੇ ਵੀ ਜੋ ਅਸੀਂ ਇਹਨਾਂ ਨੂੰ ਮੰਗ ਪੱਤਰ ਦਿੱਤੇ ਨੇ, ਜੋ ਉਹਨਾਂ ਨਾਲ ਮੀਟਿੰਗਾਂ ਹੋਈਆਂ ਨੇ, ਜੀ ਜੀ ਉਹਨਾਂ ਨੂੰ ਮੁੱਖ ਰੱਖਦੇ ਹੋਏ ਫੈਸਲਾ ਕੀਤਾ ਜਾਵੇਗਾ ਤੇ ਸਾਰੇ ਕੱਚੇ ਮੁਲਾਜ਼ਮਾਂ ਨੂੰ ਪੱਕਾ ਕੀਤਾ ਜਾਊਗਾ, ਤਾਂ ਹੀ ਅਸੀਂ ਮੰਨਾਂਗੇ ਵੀ ਸਾਡਾ ਮਸਲਾ ਹੱਲ ਹੋਏ। ਚਲੋ ਧੰਨਵਾਦ ਕਰਾਂ ਆਸ਼ੀਸ਼ ਜੀ, ਬਹੁਤ ਬਹੁਤ ਧੰਨਵਾਦ ਸਾਡੇ ਨਾਲ ਜੁੜਨ ਲਈ। ਤਾਂ ਉਮੀਦ ਕਰਦੇ ਹਾਂ ਕਿ ਸ਼ਾਇਦ ਸਰਕਾਰ ਜਿਹੜੀ ਆ ਉਹ ਜਿਸ ਤਰੀਕੇ ਦੇ ਨਾਲ ਆਸ਼ੀਸ਼ ਜੀ ਨੇ ਕਿਹਾ ਕਿ ਬਈ ਪੇ ਪ੍ਰੋਟੈਕਟਡ ਹੋਣੀ ਚਾਹੀਦੀ ਸਾਰਿਆਂ ਦੀ, ਇੱਦਾਂ ਨਹੀਂ ਕਿ ਬੇਸਿਕ ਪੇ ਦੇ ਉੱਪਰ ਸਾਰਿਆਂ ਨੂੰ ਰੈਗੂਲਰ ਕੀਤਾ ਜਾਏ, ਔਰ ਘੱਟੋ ਘੱਟ ਜਿਹੜਾ ਰੈਗੂਲਾਈਜੇਸ਼ਨ ਦਾ ਸਮਾਂ ਹੈ ਜਿੱਦਾਂ ਇਹ ਕਹਿ ਰਹੇ ਸੀਗੇ ਪ੍ਰੋਬੇਸ਼ਨ ਪੀਰੀਅਡ ਹੈ ਉਹ ਖਤਮ ਕੀਤਾ ਜਾਏ, ਕਿਉਂਕਿ 10-10 12-12 ਸਾਲ ਤੋਂ ਆਲਰੇਡੀ ਡਿਪਾਰਟਮੈਂਟ ਦੇ ਵਿੱਚ ਕੰਮ ਕਰਦਿਆਂ ਨੂੰ ਹੋ ਗਏ ਨੇ। ਤੇ ਉਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਕਿਹਾ ਕਿ ਜਿਹੜੇ ਕਰਮਚਾਰੀ ਜਿੱਦਾਂ ਸਰਕਾਰ ਨੇ ਪਿੱਛੇ ਇੱਕ ਖਰੜਾ ਕੀਤਾ ਸੀਗਾ ਬ੍ਰਹਮ ਇੰਦਰਾ ਦੀ ਅਧਿਕਸ਼ਤਾ ਵਿੱਚ ਬਣਾਇਆ ਸੀਗਾ, ਜਿਹਦੇ ਵਿੱਚ ਸੀਗਾ ਕਿ ਬਈ ਜਿਨ੍ਹਾਂ ਦੀ 10 ਈਅਰ ਤੋਂ ਜ਼ਿਆਦਾ ਸਰਵਿਸ ਹੋ ਗਈ ਹੈ, 10 ਈਅਰ ਪਲੱਸ ਸਰਵਿਸ ਹੈ, 10 ਈਅਰ ਤੋਂ ਮਤਲਬ ਮਿਨੀਮਮ ਸਰਵਿਸ ਚਾਹੀਦੀ, ਉਸ ਤੋਂ ਬਾਅਦ ਹੀ ਉਹਨਾਂ ਨੂੰ ਜਿਹੜਾ ਰੈਗੂਲਰ ਕੀਤਾ ਜਾਏ। ਉਹਨਾਂ ਨੇ ਉਹਦਾ ਵਿਰੋਧ ਕੀਤਾ ਸੀਗਾ, ਕਹਿੰਦੇ ਕਿ ਸਾਡੀਆਂ ਜਿਹੜੀ ਜਥੇਬੰਦੀਆਂ ਦੀ ਮੀਟਿੰਗ ਹੋਈ ਸੀਗੀ ਸਰਕਾਰ ਦੇ ਨਾਲ, ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਰੱਖੀਆਂ ਸੀ, ਲੇਕਿਨ ਫਾਈਨਲ ਡਰਾਫਟ ਤਾਂ ਨਹੀਂ ਉਹਨਾਂ ਨੂੰ ਦਿਖਾਇਆ ਗਿਆ। ਲੇਕਿਨ ਉਹ ਹੁਣ ਵਿਧਾਨ ਸਭਾ 'ਚ ਕਿਹੜਾ ਬਿੱਲ ਆਉਂਦਾ ਉਸ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮਤਲਬ ਕਿਹੜੀਆਂ ਸ਼ਰਤਾਂ ਦੇ ਉੱਪਰ ਕਰਮਚਾਰੀਆਂ ਨੂੰ ਜਿਹੜਾ ਉਹ ਰੈਗੂਲਰ ਕੀਤਾ ਜਾਏਗਾ। ਫਿਲਹਾਲ ਕਰਮਚਾਰੀਆਂ ਨੇ ਜਿਹੜੇ ਆਪਣੇ ਧਰਨੇ ਪ੍ਰਦਰਸ਼ਨ ਮਿੱਥੇ ਹੋਏ ਸੀਗੇ ਉਹ ਸਾਰੇ ਜਿਹੜੇ ਪੋਸਟਪੋਨ ਹੋ ਗਏ ਜਦੋਂ ਤੱਕ ਵਿਧਾਨ ਸਭਾ ਦੇ ਵਿੱਚ ਬਿੱਲ ਜਿਹੜਾ ਉਹ ਨਹੀਂ ਆ ਜਾਂਦਾ, ਜਦ ਤੱਕ ਇਹਨਾਂ ਨੂੰ ਪਤਾ ਨਹੀਂ ਲੱਗ ਜਾਂਦਾ ਕਿ ਕੀ ਸ਼ਰਤਾਂ ਹੈ। ਉਸ ਤੋਂ ਬਾਅਦ ਹੀ ਸਾਰੀਆਂ ਚੀਜ਼ਾਂ ਜਿਹੜੀਆਂ ਉਹ ਤੈਅ ਕੀਤੀਆਂ ਜਾਣਗੀਆਂ ਜਥੇਬੰਦੀਆਂ ਵੱਲੋਂ। ਤੇ ਨਾਲੇ ਉਹਨਾਂ ਨੇ ਇੱਕ ਰੋਹ ਵੀ ਜਤਾਇਆ ਕਿ ਅਸੀਂ ਤਾਂ ਇਹ ਵੀ ਡਿਮਾਂਡ ਕੀਤੀ ਸੀਗੀ ਕਿ ਜਿਹੜੇ ਆਊਟਸੋਰਸਿੰਗ ਕਰਮਚਾਰੀ ਹੈਗੇ, ਜਿਹੜੇ ਆਊਟਸੋਰਸ ਕੀਤੇ ਹੋਏ ਡਿਪਾਰਟਮੈਂਟਸ ਦੇ ਵਿੱਚ, ਉਹਨਾਂ ਨੂੰ ਵੀ ਰੈਗੂਲਰ ਮਤਲਬ ਕੀਤਾ ਜਾਏ, ਉਹਨਾਂ ਨੂੰ ਵੀ ਡਿਪਾਰਟਮੈਂਟ ਦੇ ਵਿੱਚ ਲਿਆ ਜਾਏ। ਲੇਕਿਨ ਉਹਦੇ ਪਰ ਹਾਲੇ ਤੱਕ ਕੋਈ ਫੈਸਲਾ ਨਹੀਂ ਆਇਆ। ਲੇਕਿਨ ਇੰਨਾ ਜ਼ਰੂਰ ਉਹਨਾਂ ਨੇ ਮੰਨਿਆ ਕਿ ਜੇ 36000 ਕਰਮਚਾਰੀ ਰੈਗੂਲਰ ਕਰਨ ਦਾ ਫੈਸਲਾ ਪ੍ਰਦੇਸ਼ ਸਰਕਾਰ ਨੇ ਕੀਤਾ, ਪੰਜਾਬ ਸਰਕਾਰ ਨੇ ਕੀਤਾ, ਜਿੱਦਾਂ ਸੀਐਮ ਨੇ ਅੱਜ ਬੋਲਿਆ ਹੈ, ਤਾਂ ਉਹਦੇ ਵਿੱਚ ਤਕਰੀਬਨ ਸਾਰੇ ਹੀ ਕੱਚੇ ਕਰਮਚਾਰੀ ਜਿਹੜੇ ਠੇਕੇ ਦੇ ਉੱਪਰ ਕੰਮ ਕਰ ਰਹੇ ਉਹ ਸਾਰੇ ਹੀ ਆ ਜਾਂਦੇ ਨੇ। ਤੇ ਅੱਜ ਇੱਕ ਵੱਡਾ ਫੈਸਲਾ ਜਿਹੜਾ ਪੰਜਾਬ ਸਰਕਾਰ ਨੇ ਲਿਆ ਰੇਤ ਨੂੰ ਲੈ ਕੇ, ਕਰਮਚਾਰੀਆਂ ਨੂੰ ਲੈ ਕੇ, ਤੇ ਇੱਕ ਏਜੀ ਦਾ ਜਿਹੜਾ ਅਸਤੀਫਾ ਉਹ ਮਨਜ਼ੂਰ ਕੀਤਾ ਹੈ। ਦੇਸ਼ ਦੁਨੀਆ ਦੀਆਂ ਹੋਰ ਖਬਰਾਂ ਲਈ ਤੁਸੀਂ ਦੇਖਦੇ ਰਹੋ ਦੈਨਿਕ ਸਵੇਰਾ ਟੀਵੀ।